हाँ जी बेटा, नैक्सट आ गया जी लिबरिंग डाउन तो कूलिंग डाउन का पॉइंट नंबर 10। ये हैगा जी डिक्रीਜ਼ ਮਸਲ ਸਟਿਫਨੈਸ। ਲਿਬਰਿੰਗ ਡਾਊਨ ਮਸਲ ਨੂੰ ਰਿਲੈਕਸ ਅਤੇ ਉਹਨਾਂ ਨੂੰ ਸੋਰ ਐਂਡ ਸਟਿਫ ਹੋਣ ਤੋਂ ਰੋਕਣ ਵਿੱਚ ਹੈਲਪ ਕਰਦਾ ਹੈ। ਮਸਲ ਫਾਈਬਰ ਕੂਲ ਡਾਊਨ ਹੋਣ 'ਤੇ ਆਪਣੀ ਨਾਰਮਲ ਲੈਂਥ ਦੁਆਰਾ ਪ੍ਰਾਪਤ ਕੀਤੇ ਜਾਂਦੇ ਹਨ, ਜੋ ਐਕਸਰਸਾਈਜ਼ ਪੀਰੀਅਡ ਦੇ ਦੌਰਾਨ ਸ਼ਾਰਟਨ ਐਂਡ ਕੰਟਰੈਕਟਿੰਗ ਕੀਤੇ ਜਾਂਦੇ ਹਨ। ਜੇ ਕੂਲ ਡਾਊਨ ਨਹੀਂ ਕੀਤਾ ਜਾਂਦਾ ਤਾਂ ਮਸਲ ਸੋਰ ਔਰ ਸਟਿਫ ਹੋ ਜਾਂਦੇ ਹਨ। ਪੁਆਇੰਟ ਨੰਬਰ 11 ਨਾਰਮਲਾਈਜ਼ ਦਾ ਸਪਲਾਈ ਔਰ ਆਕਸੀਜਨ। ਇੰਟੈਂਸ ਟ੍ਰੇਨਿੰਗ ਦੇ ਦੌਰਾਨ ਮਸਲ ਨੂੰ ਆਕਸੀਜਨ ਦੀ ਸਪਲਾਈ ਇਨਕਰੀਜ਼ ਕੀਤੀ ਜਾਂਦੀ ਹੈ। ਇਹ ਗੈਸਟਰੋ ਇੰਟੈਸਟਾਈਨਲ ਟ੍ਰੈਕਟ ਅਤੇ ਹੋਰ ਆਰਗਨਸ ਦੇ ਬਲੱਡ ਫਲੋ ਨੂੰ ਡਿਕਰੀਜ਼ ਕਰਕੇ ਅਚੀਵ ਕੀਤਾ ਜਾਂਦਾ ਹੈ। ਕੂਲ ਡਾਊਨ ਹੋਣ ਨਾਲ ਬੋਡੀ ਦੇ ਸਾਰੇ ਪਾਰਟ ਵਿੱਚ ਆਕਸੀਜਨ ਦੀ ਸਪਲਾਈ ਨਾਰਮਲਾਈਜ਼ ਹੋ ਜਾਂਦੀ ਹੈ। ਅੱਗੇ ਆ ਗਿਆ ਜੀ ਟੈਕਨੀਕਸ ਆਫ ਕੂਲਿੰਗ ਡਾਊਨ। ਨੰਬਰ 1, ਇੱਕ ਕੁਆਲਿਟੀ ਕੂਲ ਡਾਊਨ ਵਿੱਚ ਹੋਣ ਵਿੱਚ 5 ਤੋਂ 10 ਮਿੰਟ ਲੱਗਦੇ ਹਨ ਅਤੇ ਸਟ੍ਰੈਚਿੰਗ ਦੇ ਬਾਅਦ ਇੱਕ ਲੋਅਰ ਇੰਟੈਂਸਿਟੀ ਵਾਲੀ ਐਕਸਰਸਾਈਜ਼ ਪੀਰੀਅਡ ਹੁੰਦੀ ਹੈ। ਸੈਕਿੰਡ, ਪ੍ਰੋਪਰ ਕੂਲ ਡਾਊਨ ਹੋਣ ਵਿੱਚ ਸ਼ਾਮਲ ਹਨ। ਫਸਟ, ਲੋਅਰ ਇੰਟੈਂਸਿਟੀ ਦੀ ਐਕਸਰਸਾਈਜ਼ ਕਰਨ 'ਤੇ 3.5 ਮਿੰਟ ਤੋਂ ਵਾਪਸ ਆਉਣ ਲਈ ਡੀਪ ਬਰੀਥਿੰਗ 'ਤੇ ਫੋਕਸ ਕਰੋ। ਹਾਰਟ ਰੇਟ ਨਾਰਮਲ ਹੁੰਦਾ ਹੈ। ਸੈਕਿੰਡ ਹੈਗਾ ਜੀ ਤੁਹਾਡੇ ਟਾਰਗੇਟ ਦੀਆਂ ਮਸਲਸ ਨੂੰ ਸਟ੍ਰੈਚਿੰਗ ਦੇ 5 ਮਿੰਟ ਬਾਅਦ। ਥਰਡ, ਕੂਲ ਡਾਊਨ ਸਟ੍ਰੈਚਿਸ। ਅੱਗੇ ਆ ਗਿਆ ਜੀ ਟਰਾਈਸਪ। ਫਸਟ, ਟਰਾਈਸਪ ਹੁੰਦਾ ਬੇਟਾ ਆਪਣਾ ਜਿਹੜੀ ਆਪਣੀ ਆਰਮ ਦਾ ਉੱਪਰਲਾ ਪਾਰਟ ਜਿਹੜਾ ਸ਼ੋਲਡਰ ਤੋਂ ਥੱਲੇ ਹੁੰਦਾ। ਬਾਈਸਪ ਫਰੰਟ ਵਾਲੇ ਪੀਸ ਨੂੰ ਬਾਈਸਪ ਕਹਿੰਦੇ ਆ, ਜਿਹੜਾ ਪਿਛਲਾ ਸਾਈਡ ਹੁੰਦਾ ਉਹਨੂੰ ਟਰਾਈਸਪ ਕਹਿੰਦੇ ਆ। ਟਰਾਈਸਪ ਦੀ ਮਸਲ ਨੂੰ ਸਟ੍ਰੈਚ ਕਰਨ ਲਈ ਆਰਮ ਓਵਰਹੈੱਡ ਅਤੇ ਐਲਬੋ ਨੂੰ ਬੈਂਡ ਕਰੋ। ਆਪਣੇ ਪਾਮ ਨੂੰ ਆਪਣੇ ਬੈਕ ਦੇ ਸੈਂਟਰ ਵੱਲ ਵਧਾਓ ਅਤੇ ਐਲਬੋ ਨੂੰ ਪੁੱਲ ਕਰੋ। ਆਪਣੇ ਓਪੋਜ਼ਿਟ ਹੈਂਡ ਨਾਲ ਖਿੱਚੋ। ਆਪਣੀ ਆਰਮ ਨੂੰ ਦੀ ਪੋਜੀਸ਼ਨ ਨੂੰ ਇੰਟਰਚੇਂਜ ਕਰੋ ਅਤੇ ਇਸ ਦੇ ਨਾਲ ਹੀ ਇਸ ਦੇ ਓਪੋਜ਼ਿਟ ਸਾਈਡ ਨੂੰ ਸਟ੍ਰੈਚ ਕਰੋ। ਸੈਕਿੰਡ ਹੈਗਾ ਜੀ ਚੈਸਟ। ਸਟੈਂਡਿੰਗ ਪੋਜੀਸ਼ਨ ਤੋਂ ਸਟਾਰਟ ਕਰੋ। ਆਪਣੀਆਂ ਫਿੰਗਰਸ ਨੂੰ ਆਪਣੀ ਬੈਕ ਦੇ ਪਿੱਛੇ ਲਗਾਓ। ਹੁਣ ਆਰਮਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰੋ ਅਤੇ ਆਪਣੀ ਚਿੰਨ ਨੂੰ ਸੀਲਿੰਗ ਵੱਲ ਵਧਾਓ। ਤੁਸੀਂ ਫੀਲ ਕਰੋਗੇ ਕਿ ਤੁਹਾਡੀ ਚੈਸਟ ਦੀਆਂ ਮਸਲ ਵਿੱਚ ਸਟ੍ਰੈਚਿੰਗ ਹੋ ਰਹੀ ਹੈ। ਥਰਡ, ਕੁਆਡਰਿਪਸ। ਕੁਆਡਰਿਪਸ ਹੁੰਦੇ ਬੇਟਾ ਜਿਹੜੀ ਆਪਣੀ ਥਾਈ ਹੁੰਦੀ ਆ, ਥਾਈ ਦੇ ਉੱਪਰ ਵਾਲੇ ਮਸਲ। ਸਟੈਂਡਿੰਗ ਪੋਜੀਸ਼ਨ ਵਿੱਚ ਇੱਕ ਨੀ ਬੈਂਡ ਕਰੋ ਅਤੇ ਆਪਣੇ ਪੈਰ ਨੂੰ ਆਪਣੇ ਹੱਥ ਨਾਲ ਫੜੋ। ਹੁਣ ਆਪਣੇ ਹੱਥ ਨਾਲ ਪੈਰਾਂ ਨੂੰ ਗਲੂਟਸ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰੋ। ਗਲੂਟਸ ਕਹਿੰਦੇ ਬੇਟਾ ਜਿਹੜੀ ਆਪਣੀ ਹਿੱਪ ਹੁੰਦੀ ਆ ਉਹਨੂੰ ਗਲੂਟਸ ਕਹਿੰਦੇ ਆ। ਆਪਣੀ ਥਾਈ ਦੇ ਫਰੰਟ ਵਿੱਚ ਸਟ੍ਰੈਚ ਮਹਿਸੂਸ ਕਰੋਗੇ, ਭਾਵ ਤੁਹਾਡੇ ਕੁਆਡਰਿਪਸ ਮਸਲ। ਡੀ ਪਾਰਟ ਹੈਗਾ ਜੀ ਗਲੂਟਸ। ਆਪਣੀ ਬੈਕ 'ਤੇ ਲੇਟ ਜਾਓ ਅਤੇ ਆਪਣੇ ਨੀ ਨੂੰ ਆਪਣੀ ਚੈਸਟ ਵੱਲ ਲਿਆਉਣ ਦੀ ਕੋਸ਼ਿਸ਼ ਕਰੋ। ਆਪਣੀਆਂ ਫਿੰਗਰਸ ਨਾਲ ਲੋਅਰ ਲੈਗ ਅਤੇ ਨੀਜ਼ ਨੂੰ ਚੈਸਟ ਵੱਲ ਪ੍ਰੈਸ ਕਰੋ, ਫਿਰ ਇਹਨੂੰ ਰਿਪੀਟ ਕਰੋ। ਨੈਕਸਟ ਆ ਗਿਆ ਬੇਟਾ ਹੈਮਸਟ੍ਰਿੰਗ। ਹੈਮਸਟ੍ਰਿੰਗ ਬੇਟਾ ਆਪਣੀ ਥਾਈ ਜਿਹੜੀ ਉਹਦਾ ਫਰੰਟ ਪਾਰਟ ਕੁਆਡਰਿਪਸ ਹੋ ਗਿਆ ਅਤੇ ਜਿਹੜੀ ਬੈਕ ਸਾਈਡ ਆ ਉਹਨੂੰ ਹੈਮਸਟ੍ਰਿੰਗ ਕਹਿ ਦਿੰਦੇ ਆ। ਆਪਣੀ ਬੈਕ 'ਤੇ ਲੇਟ ਜਾਓ। ਹਿੱਪ ਦੇ ਉੱਪਰ ਆਪਣੀ ਲੈਗ ਨੂੰ ਸਟ੍ਰੇਟਨ ਕਰੋ ਅਤੇ ਟਰਾਈ ਕਰੋ। ਤੁਸੀਂ ਆਪਣੀ ਥਾਈ ਦੇ ਪਿਛਲੇ ਪਾਸੇ ਇੱਕ ਸਟ੍ਰੈਚ ਫੀਲ ਕਰੋਗੇ, ਦੂਜੇ ਪਾਸੇ ਫਿਰ ਇਹਨੂੰ ਰਿਪੀਟ ਕਰੋ। ਐਫ ਪਾਰਟ ਹੈਗਾ ਜੀ ਸਟੈਂਡਿੰਗ ਟੋ ਟੱਚ ਸਟ੍ਰੈਚ। ਇਹ ਹੈਮਸਟ੍ਰਿੰਗ, ਗਲੂਟ ਅਤੇ ਨਾਲ ਲੋਅਰ ਬੈਕ ਦੇ ਨਾਲ ਸਟ੍ਰੈਚ ਕਰੋ। ਜੀ ਪਾਰਟ ਹੈਗਾ ਜੀ ਡੀਪ ਲੰਜ ਵਿਦ ਰੋਟੇਸ਼ਨ। ਇੱਕ ਕੁਆਡਰਿਪਸ ਅਤੇ ਹਿੱਪ ਫਲੈਕਸ਼ਨ ਨੂੰ ਸਟ੍ਰੈਚ ਕਰੋ। ਐਚ ਪਾਰਟ ਹੈਗਾ ਜੀ ਫਿਗਰ 4 ਸਟ੍ਰੈਚ। ਇਹ ਹਿੱਪ ਦੀਆਂ ਮਸਲਸ, ਗਲੂਟ ਐਂਡ ਲੋਅਰ ਬੈਕ ਨੂੰ ਸਟ੍ਰੈਚ ਕਰਦਾ ਹੈ। ਆਈ ਪਾਰਟ ਹੈਗਾ ਜੀ ਅਪਰ ਚੈਸਟ ਸਟ੍ਰੈਚ। ਇਹ ਚੈਸਟ ਦੀਆਂ ਮਸਲ ਅਤੇ ਸ਼ੋਲਡਰ ਦੇ ਫਰੰਟ ਨੂੰ ਸਟ੍ਰੈਚ ਕਰਦਾ ਹੈ। ਸਾਈਡ ਸਟ੍ਰੈਚ ਐਂਡ ਸਵਰਲ। ਇਹ ਸਪਾਈਨ ਤੱਕ ਸਟ੍ਰੈਚ ਕਰਦਾ ਹੈ ਅਤੇ ਐਬਸ ਨੂੰ ਵੀ ਸਟਰੈਂਥਨ ਕਰਦਾ ਹੈ ਅਤੇ ਲੋਅਰ ਬੈਕ ਨੂੰ ਵੀ। ਅੱਗੇ ਆ ਗਿਆ ਜੀ ਇਫੈਕਟਸ ਆਫ ਕੂਲ ਡਾਊਨ ਸੈਸ਼ਨ। ਬੋਡੀ ਟੈਂਪਰੇਚਰ ਅਤੇ ਹਾਰਟ ਰੇਟ ਨੂੰ ਡਾਊਨ ਕਰਨ ਤੋਂ ਇਲਾਵਾ ਕੂਲ ਡਾਊਨ ਬੋਡੀ ਦੇ ਵੇਸਟ ਪ੍ਰੋਡਕਟ ਅਤੇ ਐਕਸਰਸਾਈਜ਼ ਦੇ ਦੌਰਾਨ ਪੈਦਾ ਹੋਏ ਟੌਕਸਿਨ ਦੇ ਨਿਪਟਾਰੇ ਵਿੱਚ ਹੈਲਪ ਕਰਦਾ ਹੈ। ਜਿਹੜੇ ਆਪਣੇ ਅੰਦਰ ਵੇਸਟੇਜ ਪ੍ਰੋਡਕਟ ਬਣ ਜਾਂਦਾ ਵਾ, ਟੌਕਸਿਨਸ ਹੁੰਦੇ ਆ, ਉਹਨੂੰ ਖ਼ਤਮ ਕਰਨ 'ਚ ਹੈਲਪ ਕਰਦਾ। ਸਭ ਤੋਂ ਜਾਣਿਆ ਵੇਸਟ ਪ੍ਰੋਡਕਟ ਲੈਕਟਿਕ ਐਸਿਡ ਹੈ। ਜੇ ਇਸ ਨੂੰ ਬੋਡੀ ਵਿੱਚ ਬਣਾਉਣ ਦੀ ਆਗਿਆ ਦਿੰਦਾ ਹੈ ਤਾਂ ਇਹ ਅਗਲੇ ਦਿਨ ਸਟਿਫਨੈਸ ਅਤੇ ਕ੍ਰੈਂਪਸ ਦਾ ਕਾਰਨ ਬਣਦਾ ਹੈ। ਸਾਡੇ ਮਸਲ ਨਹੀਂ ਸਟਿਫ ਹੋ ਜਾਂਦੇ ਜਾਂ ਕ੍ਰੈਂਪ ਆ ਜਾਂਦਾ ਵਾ ਜ਼ਿਆਦਾ, ਜਿਹਨੂੰ ਆਪਾਂ ਪੰਜਾਬੀ 'ਚ ਕੜੱਲ ਕਹਿ ਦਿੰਦੇ ਹਾਂ, ਕੜੱਲ ਪੈ ਗਈ, ਉਹ ਕ੍ਰੈਂਪਸ ਹੁੰਦੇ ਆ।
ਇਫੈਕਟਿਵ ਕੂਲ ਡਾਊਨ ਹੋਣ ਨਾਲ ਚੱਕਰ ਆਉਣ ਤੋਂ ਰੋਕਣ ਵਿੱਚ ਹੈਲਪ ਕਰਦਾ ਹੈ, ਜੋ ਅਚਾਨਕ ਐਕਟੀਵਿਟੀ ਵਿੱਚ ਰੋਕਣ ਨਾਲ ਹੋ ਸਕਦਾ ਹੈ। ਅੱਗੇ ਆ ਗਿਆ ਜੀ ਪ੍ਰੀਵੈਂਟਿਵ ਇੰਜਰੀ। ਕੂਲ ਡਾਊਨ ਰੋਕਣ ਲਈ ਜਿੰਨਾ ਮਹੱਤਵਪੂਰਨ ਹੈ ਓਨਾ ਹੀ ਵਾਰਮ ਅਪ ਹੋਣਾ। ਕੂਲ ਡਾਊਨ ਬਗੈਰ ਕਿਸੇ ਐਕਟੀਵਿਟੀ ਨੂੰ ਰੋਕਣਾ ਟੌਕਸਿਨ ਸਬਸਟੈਂਸ ਐਂਡ ਲੈਕਟਿਕ ਐਸਿਡ ਦੇ ਨਿਰਮਾਣ ਵਿੱਚ ਕੰਟਰੀਬਿਊਟ ਕਰਦਾ ਹੈ, ਜਿਸ ਨਾਲ ਮਸਕੂਲਰ ਪੇਨ ਸਟਿਫਨੈਸ ਅਗਲੇ ਦਿਨ ਹੋਵੇਗੀ। ਇਹ ਮੂਵਮੈਂਟ ਨੂੰ ਰਿਸਟ੍ਰਿਕਟ ਕਰ ਸਕਦਾ ਹੈ ਅਤੇ ਬਹੁਤ ਪੇਨਫੁਲ ਹੋ ਸਕਦਾ ਹੈ। ਬਲੱਡ ਜੋ ਮਸਲ ਨੂੰ ਤੇਜ਼ੀ ਨਾਲ ਕੰਟਰੈਕਸ਼ਨ ਦੀ ਸਹੂਲਤ ਦਿੱਤੀ ਗਈ ਹੈ ਉਹ ਵੀ ਵਧੇਗਾ ਜੇ ਕੂਲ ਡਾਊਨ ਕੰਪਲੀਟ ਨਹੀਂ ਹੋਇਆ। ਇਹ ਆਮ ਤੌਰ 'ਤੇ ਜਾਣਿਆ ਜਾਂਦਾ ਹੈ ਬਲੱਡ ਪੂਲ ਦੇ ਤੌਰ 'ਤੇ। ਫਲੂਇਡ ਲੈਣਾ ਅਤੇ ਇਸ ਦੇ ਨਾਲ ਐਨਰਜੀ ਰਿਜ਼ਰਵ ਲੈਣਾ ਵੀ ਇੰਪੋਰਟੈਂਟ ਹੈ। ਕਾਰਬੋਹਾਈਡਰੇਟ ਰਿਚ ਫੂਡ ਐਕਸਰਸਾਈਜ਼ ਦੇ ਬਾਅਦ। ਅੱਗੇ ਆ ਗਿਆ ਜੀ 10.4 ਸਕਿੱਲਸ ਟੈਕਨੀਕਸ ਐਂਡ ਸਟਾਈਲ। ਪਹਿਲਾ ਹੈਗਾ ਜੀ ਸਕਿੱਲ। ਡੈਫੀਨੇਸ਼ਨ ਹੈਗੀ ਜੀ, ਸਕਿੱਲ ਨੂੰ ਡਿਫਾਈਨ ਕੀਤਾ ਜਾ ਸਕਦਾ ਹੈ ਮੈਕਸੀਮਮ ਸਰਟਨਲੀ ਐਂਡ ਐਫੀਸ਼ੈਂਟਲੀ ਨਾਲ ਰਿਕੁਆਇਰਡ ਰਿਜ਼ਲਟ ਲਿਆਉਣ ਲਈ ਇੱਕ ਐਥਲੀਟ ਦੀ ਲਰਨਿੰਗ ਐਬਿਲਿਟੀ। ਇਹਨੂੰ ਹੋਰ ਆਪਾਂ ਸ਼ਬਦਾਂ 'ਚ ਕਹਿ ਸਕਦੇ ਹਾਂ, ਇਨ ਅਦਰ ਵਰਡਸ ਅਸੀਂ ਕਹਿ ਸਕਦੇ ਹਾਂ ਕਿ ਐਕਚੁਅਲ ਮੋਟਰ ਐਕਸ਼ਨ ਟੈਕਨੀਕ ਸਿੱਖਣ ਲਈ ਇਹ ਇੱਕ ਸਪੋਰਟਸ ਪਰਸਨ ਦੀ ਐਬਿਲਿਟੀ ਹੈ। ਸਕਿੱਲ ਇੱਕ ਐਥਲੀਟ ਔਰ ਪਲੇयर द्वारा ਕੀਤੀ ਗਈ ਆਟੋਮੈਟਿਕ ਮੋਟਰ ਐਕਸ਼ਨ ਹੈ। ਟਾਈਪ ਆਫ ਸਕਿੱਲਸ। ਫਿਜ਼ੀਕਲ ਐਕਟੀਵਿਟੀ ਔਰ ਗੇਮਸ ਔਰ ਸਪੋਰਟਸ ਵਿੱਚ ਕਈ ਟਾਈਪਸ ਦੀਆਂ ਸਕਿੱਲਸ ਹੁੰਦੇ ਹਨ। ਪਹਿਲਾ ਹੈਗਾ ਜੀ ਓਪਨ ਸਕਿੱਲ। ਉਹ ਸਕਿੱਲ ਜੋ ਅਨਪ੍ਰੈਡਿਕਟੇਬਲ ਹਨ ਅਤੇ ਕੰਟਰੋਲ ਅੰਡਰ ਨਹੀਂ ਹਨ, ਉਹਨਾਂ ਨੂੰ ਓਪਨ ਸਕਿੱਲ ਕਿਹਾ ਜਾਂਦਾ ਹੈ, ਜਿਵੇਂ ਹਾਕੀ, ਬੈਡਮਿੰਟਨ, ਲਾਨ ਟੈਨਿਸ ਐਕਸਟ੍ਰੈਕਟਰਾ। ਸਪੋਰਟਸ ਵਿੱਚ ਓਪਨ ਸਕਿੱਲ ਇਨਕਲੂਡ ਹੁੰਦੇ ਹਨ। ਦੂਜਾ ਹੈਗਾ ਜੀ ਕਲੋਜ਼ ਸਕਿੱਲਸ। ਇਹ ਸਕਿੱਲਸ ਜੋ ਸਟੇਬਲ ਪ੍ਰੈਡਿਕਟੇਬਲ ਇਨਵਾਇਰਮੈਂਟ ਵਿੱਚ ਹੁੰਦੇ ਹਨ ਅਤੇ ਜਿੱਥੇ ਪਰਫਾਰਮਰ ਕਲੀਅਰ ਤੌਰ 'ਤੇ ਜਾਣਦਾ ਹੈ ਕਿ ਕੀ ਕਰਨਾ ਹੈ ਅਤੇ ਕਦੋਂ ਕਰਨਾ ਹੈ। ਇਹ ਸਕਿੱਲ ਦੀ ਇੱਕ ਕਲੀਅਰ ਸਟਾਰਟਿੰਗ ਅਤੇ ਐਂਡਿੰਗ ਹੁੰਦੀ ਹੈ। ਫੋਰ ਐਗਜ਼ਾਮਪਲ ਸਕੁਐਸ਼ ਔਰ ਟੈਨਿਸ ਵਿੱਚ ਸਰਵਿੰਗ ਨਹੀਂ ਕਰੀਦੀ ਆਪਾਂ। ਥਰਡ ਹੈਗਾ ਜੀ ਸੀਰੀਅਲ ਸਕਿੱਲਸ। ਇਹ ਇੱਕ ਕੰਪਲੈਕਸ ਮੂਵਮੈਂਟ ਬਣਾਉਣ ਲਈ ਇੱਕ ਸੀਰੀਅਲ ਆਰਡਰ ਵਿੱਚ ਕੀਤੇ ਗਏ ਵੱਖੋ ਵੱਖਰੇ ਸਕਿੱਲ ਦਾ ਗਰੁੱਪ ਹੈ। ਫੋਰ ਐਗਜ਼ਾਮਪਲ ਟ੍ਰਿਪਲ ਜੰਪ ਲਈ ਸਕਿੱਲਸ ਦਾ ਸੀਕੁਐਂਸ। ਅੱਗੇ ਆ ਗਿਆ ਜੀ ਫੋਰਥ ਡਿਸਕ੍ਰੀਟ ਸਕਿੱਲਸ। ਇਹ ਸਕਿੱਲਸ ਡਿਊਰੇਸ਼ਨ ਵਿੱਚ ਸ਼ਾਰਟ ਹੁੰਦੇ ਹਨ ਅਤੇ ਇੱਕ ਕਲੀਅਰ ਸਟਾਰਟਿੰਗ ਐਂਡਿੰਗ ਹੁੰਦੀ ਹੈ। ਫੋਰ ਐਗਜ਼ਾਮਪਲ ਹਾਕੀ ਵਿੱਚ ਪੈਨਲਟੀ ਫਲਿੱਕ। ਅੱਗੇ ਆ ਗਿਆ ਜੀ ਪੰਜਵਾਂ ਗਰੋਸ ਸਕਿੱਲ। ਇਹ ਉਹ ਸਕਿੱਲ ਹਨ ਜਿਨ੍ਹਾਂ ਵਿੱਚ ਮਸਲ ਦੀ ਲਾਰਜ ਮੂਵਮੈਂਟ ਸ਼ਾਮਲ ਹੁੰਦੀ ਹੈ ਅਤੇ ਫਾਈਨ ਦੀ ਜ਼ਰੂਰਤ ਨਹੀਂ ਹੁੰਦੀ। ਮੂਵਮੈਂਟ ਨੂੰ ਗਰੋਸ ਸਕਿੱਲ ਵੀ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ ਸ਼ਾਰਟ ਪੁੱਚ ਵਿੱਚ ਸ਼ਾਟ ਕਰਨਾ। ਨੰਬਰ 6 ਫਾਈਨ ਸਕਿੱਲਸ। ਇਹਨਾਂ ਵਿੱਚ ਪ੍ਰਸਾਈਜ਼ ਮੂਵਮੈਂਟ ਸ਼ਾਮਲ ਹਨ ਅਤੇ ਹੈਂਡ ਐਂਡ ਆਈ ਕੋਆਰਡੀਨੇਸ਼ਨ ਜ਼ਰੂਰੀ ਹੁੰਦਾ ਹੈ, ਜਿਵੇਂ ਬਾਸਕਟਬਾਲ 'ਤੇ ਲੇਅਪ ਸ਼ਾਟ। ਹੈਂਡ ਆਈ ਕੋਆਰਡੀਨੇਸ਼ਨ ਹੁੰਦਾ ਬੇਟਾ, ਆਪਾਂ ਹੱਥ ਨਾਲ ਕਿਸੇ ਚੀਜ਼ ਨੂੰ ਫੜ ਕੇ ਕਿਸੇ ਚੀਜ਼ ਨੂੰ ਅੱਖਾਂ ਦੁਆਰਾ ਵੇਖ ਕੇ ਆਪਾਂ ਕੋਈ ਸਪੋਰਟਸ ਖੇਡਣੀ। ਨੰਬਰ 7 ਸਿੰਪਲ ਸਕਿੱਲਸ। ਸਿੰਪਲ ਸਕਿੱਲਸ ਉਹ ਸਕਿੱਲਸ ਹੁੰਦੇ ਹਨ ਜਿੱਥੇ ਪਰਫਾਰਮ ਕਰਨ ਵਾਲੇ ਨੂੰ ਜ਼ਿਆਦਾ ਪ੍ਰੋਸੈਸ ਨਹੀਂ ਕਰਨੀ ਪੈਂਦੀ। ਇਨਫੋਰਮੇਸ਼ਨ ਔਰ ਮੇਕ ਮੈਨੀ ਡਿਸੀਜ਼ਨਸ ਸਕਿੱਲ ਦੇ ਸਿਰਫ ਥੋੜ੍ਹੇ ਜਿਹੇ ਪਾਰਟ ਹਨ ਅਤੇ ਇਸ ਦੀ ਪਰਫਾਰਮੈਂਸ ਦੇ ਦੌਰਾਨ ਬਹੁਤ ਜ਼ਿਆਦਾ ਫੀਡਬੈਕ ਦੀ ਲੋੜ ਨਹੀਂ ਹੁੰਦੀ। ਫੋਰ ਐਗਜ਼ਾਮਪਲ ਸਿੰਪਲ ਸਕਿੱਲ ਸਪ੍ਰਿੰਟ ਹੁੰਦੀ ਹੈ, ਫਾਸਟ ਭੱਜਣਾ ਜਿਹੜਾ ਸਪੀਡ ਨਾਲ। ਨੰਬਰ 8 ਕੰਪਲੈਕਸ ਸਕਿੱਲਸ। ਕੰਪਲੈਕਸ ਸਕਿੱਲਸ ਉਹ ਸਕਿੱਲਸ ਹੁੰਦੇ ਹਨ ਜਿੱਥੇ ਪਰਫਾਰਮਰ ਵਾਲੇ ਨੂੰ ਬਹੁਤ ਸਾਰੀਆਂ ਪ੍ਰੋਸੈਸ ਕਰਨੀਆਂ ਪੈਂਦੀਆਂ ਹਨ। ਇਨਫੋਰਮੇਸ਼ਨ ਐਂਡ ਲੋਟ ਆਫ ਡਿਸੀਜ਼ਨ। ਇਸ ਸਕਿੱਲ ਦੇ ਬਹੁਤ ਸਬ ਰੂਟੀਨਸ ਹਨ ਅਤੇ ਇਸ ਦੀ ਪਰਫਾਰਮੈਂਸ ਦੇ ਦੌਰਾਨ ਬਹੁਤ ਸਾਰੇ ਫੀਡਬੈਕ ਦੀ ਲੋੜ ਹੁੰਦੀ ਹੈ। ਇੱਕ ਕੰਪਲੈਕਸ ਸਕਿੱਲ ਦੀ ਇੱਕ ਐਗਜ਼ਾਮਪਲ ਟੈਨਿਸ ਸਰਵਿਸ ਹੈ। ਨੰਬਰ 9 ਕੰਟੀਨਿਊਸ ਸਕਿੱਲ। ਕੰਟੀਨਿਊਸ ਸਕਿੱਲ ਦੀ ਕੋਈ ਸਪਸ਼ਟ ਸ਼ੁਰੂਆਤ ਅਤੇ ਅੰਤ ਨਹੀਂ ਹੁੰਦਾ। ਇਸ ਦਾ ਐਂਡ ਮੂਵਮੈਂਟ ਸਾਈਕਲ ਦੇ ਅਗਲੀ ਸ਼ੁਰੂਆਤ ਹੈ ਅਤੇ ਸਕਿੱਲਸ ਨੂੰ ਸਾਈਕਲ ਦੀ ਤਰ੍ਹਾਂ ਰਿਪੀਟ ਕੀਤਾ ਜਾਂਦਾ ਹੈ। ਸਕਿੱਲ ਦੀ ਪਰਫਾਰਮੈਂਸ ਦੇ ਦੌਰਾਨ ਇਹਨਾਂ ਸਕਿੱਲਸ ਨੂੰ ਕਿਸੇ ਵੀ ਸਮੇਂ ਰੋਕਿਆ ਜਾ ਸਕਦਾ ਹੈ। ਫੋਰ ਐਗਜ਼ਾਮਪਲ ਸਵਿਮਿੰਗ, ਰਨਿੰਗ, ਸਾਈਕਲਿੰਗ। ਨੰਬਰ 10 ਇੰਡੀਵਿਜੂਅਲ ਸਕਿੱਲਸ। ਇੰਡੀਵਿਜੂਅਲ ਸਕਿੱਲਸ ਉਹ ਸਕਿੱਲਸ ਹੁੰਦੇ ਹਨ ਜੋ ਆਈਸੋਲੇਸ਼ਨ ਵਿੱਚ ਕੀਤੇ ਜਾਂਦੇ ਹਨ, ਜਿਵੇਂ ਹਾਈ ਜੰਪ। ਨੰਬਰ 11 ਕੋਗਨਿਟਿਵ ਸਕਿੱਲ। ਕੋਗਨਿਟਿਵ ਸਕਿੱਲ ਉਹ ਸਕਿੱਲਸ ਹਨ ਇੱਕੋ ਸਮੇਂ ਦੂਜਿਆਂ ਵਾਂਗ ਕੀਤੇ ਜਾਂਦੇ ਹਨ ਪਰ ਬਿਨਾਂ ਡਾਇਰੈਕਟ ਕੰਫਰੰਟੇਸ਼ਨ। ਫੋਰ ਐਗਜ਼ਾਮਪਲ ਸਵਿਮਿੰਗ।
ਇੰਟਰਐਕਟਿਵ ਸਕਿੱਲਸ ਉਹ ਸਕਿੱਲਸ ਹਨ ਜਿੱਥੇ ਹੋਰ ਪਰਫਾਰਮਰ ਹੁੰਦੇ ਹਨ ਅਤੇ ਡਾਇਰੈਕਟਲੀ ਇਨਵੋਲਵਡ ਹੁੰਦੇ ਹਨ, ਜਿਵੇਂ ਫੋਰ ਐਗਜ਼ਾਮਪਲ ਰਗਬੀ ਅਤੇ ਨੈੱਟਬਾਲ। ਉਸ ਤੋਂ ਬਾਅਦ ਆ ਗਿਆ ਬੇਟਾ ਦ ਵੇ ਟੂ ਅਚੀਵ ਔਰ ਲਰਨਿੰਗ ਨਿਊ ਸਕਿੱਲਸ ਆਰ। ਪਹਿਲਾ ਹੈਗਾ ਜੀ ਥਰੂ ਵਰਬਲ ਇੰਸਟਰਕਸ਼ਨਸ। ਟੀਚਰ ਔਰ ਕੋਚ ਸਕਿੱਲ ਬਾਰੇ ਔਰਲ ਅਤੇ ਚਿਲਡਰਨ ਉਹ ਪਰਫਾਰਮ ਕਰਨ ਦੇ ਯੋਗ ਹਨ ਜਿਵੇਂ ਕਿ ਐਕਸਪਲੇਨ ਕੀਤਾ ਗਿਆ ਹੈ। ਡਿਮੋਨਸਟ੍ਰੇਸ਼ਨ ਇਹ ਮੈਥਡ ਹੈ ਸੀਇੰਗ ਔਰ ਸੀ ਦੁਆਰਾ ਲਰਨ ਕਰਨਾ। ਸਕਿੱਲਸ ਨੂੰ ਡੈਮੋਸਟ੍ਰੇਟ ਕੀਤਾ ਜਾਂਦਾ ਹੈ ਅਤੇ ਇਹ ਸਟੂਡੈਂਟ ਦੁਆਰਾ ਲਰਨ ਕੀਤਾ ਜਾਂਦਾ ਹੈ। ਸੀ ਪਾਰਟ ਹੈਗਾ ਜੀ ਵੀਡੀਓ। ਸਕਿੱਲ ਚਿਲਡਰਨ ਨੂੰ ਵੀਡੀਓਗ੍ਰਾਫੀ ਦੁਆਰਾ ਦਿਖਾਇਆ ਜਾ ਸਕਦਾ ਹੈ ਅਤੇ ਉਹ ਵੀ ਲਰਨ ਕਰਦੇ ਹਨ। ਡੀ ਪਾਰਟ ਹੈਗਾ ਡਾਇਗਰਾਮਸ। ਸਟੂਡੈਂਟ ਨੂੰ ਸਕਿੱਲ ਡਾਇਗਰਾਮ ਦਿਖਾ ਕੇ ਸਿੱਖਦੇ ਹਨ ਅਤੇ ਉਹ ਅਜਿਹਾ ਕਰਨ ਦੀ ਟਰਾਈ ਕਰਦੇ ਹਨ। ਨੰਬਰ ਈ ਹੈਗਾ ਜੀ ਫੋਟੋ ਸੀਕੁਐਂਸ। ਸਟੂਡੈਂਟ ਨੂੰ ਫੋਟੋ ਸੀਕੁਐਂਸ ਦਿਖਾ ਕੇ ਅਤੇ ਸੇਮ ਟਰਾਈ ਕਰਨ ਦੀ ਪਰਫਾਰਮ ਕਰਦੇ ਹਨ। ਪਰ ਇਹਨਾਂ ਸਭ ਡੈਮੋਸਟ੍ਰੇਟਰ ਵਿੱਚੋਂ ਐਕਸਪਲੇਨੇਸ਼ਨ ਕਰਨ ਦਾ ਤਰੀਕਾ ਫਿਜ਼ੀਕਲ ਐਕਟੀਵਿਟੀ ਔਰ ਗੇਮਸ ਐਂਡ ਸਪੋਰਟਸ ਵਿੱਚ ਸਭ ਤੋਂ ਬੈਸਟ ਹੈ। ਅੱਗੇ ਆ ਗਿਆ ਜੀ ਸਟੇਜਿਸ ਆਫ ਲਰਨਿੰਗ ਨਿਊ ਸਕਿੱਲਸ। ਨਾਮਵਰ ਫਿਜ਼ੀਕਲ ਐਜੂਕੇਸ਼ਨਿਸਟ ਨੇ ਇੱਕ ਵਿਧੀ ਦਿੱਤੀ ਹੈ ਫਿਟਸ ਐਂਡ ਪੈਸਨਰ 1967 ਦੇ ਅਕੋਰਡਿੰਗ ਤਰਤੀਬ ਪ੍ਰੋਸੈਸ ਹੈ। ਕੋਈ ਨਿਊ ਸਕਿੱਲ ਲਰਨ ਕਰਨ ਦੇ 4 ਸਟੇਜਿਸ ਹਨ। ਅੱਗੇ ਬੇਟਾ ਹੈਗਾ ਜੀ ਸਟੇਜਿਸ ਆਫ ਲਰਨਿੰਗ ਇਨ ਨਿਊ ਸਕਿੱਲ ਦਾ ਪਹਿਲਾ ਪੁਆਇੰਟ ਕੋਗਨਿਟਿਵ ਫੇਜ਼। ਸਕਿੱਲ ਦੀ ਆਈਡੈਂਟੀਫਿਕੇਸ਼ਨ ਐਂਡ ਡਿਵੈਲਪਮੈਂਟ ਅਤੇ ਇਸ ਦੇ ਬਾਰੇ ਕਲੀਅਰ ਕਰਨਾ। ਸਕਿੱਲ ਇਨ ਮਾਈਂਡ ਇੱਕ ਵਾਰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਉਸ ਵਿਚਲੀ ਪਿਕਚਰ ਲਿਆਉਣ ਦੀ ਕੋਸ਼ਿਸ਼ ਕਰੋ ਬ੍ਰੇਨ ਵਿੱਚ। ਮਾਈਂਡ ਵਿੱਚ ਸਕਿੱਲ ਨੂੰ ਜਾਣਨਾ ਅਤੇ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਨਾ ਸਪੋਰਟਸ ਵਿੱਚ ਬਹੁਤ ਇੰਪੋਰਟੈਂਟ ਹੈ। ਸੈਕਿੰਡ ਹੈਗਾ ਜੀ ਐਕਸਪਲੇਨੇਸ਼ਨ। ਸੈਕਿੰਡ ਪਾਰਟ ਟੀਚਰ ਔਰ ਕੋਚਿੰਗ ਦੁਆਰਾ ਸਕਿੱਲਸ ਬਾਰੇ ਐਕਸਪਲੇਨੇਸ਼ਨ ਦੇਣਾ ਹੈ। ਟੀਚਰ ਔਰ ਕੋਚਿੰਗ ਦੀਆਂ ਇੰਸਟਰਕਸ਼ਨ ਚਿਲਡਰਨ ਲਈ ਇੰਪੋਰਟੈਂਟ ਹੁੰਦੀਆਂ ਹਨ। ਥਰਡ ਡੈਮੋਸਟ੍ਰੇਸ਼ਨ ਔਰ ਸ਼ੋਇੰਗ। ਟੀਚਰ ਔਰ ਕੋਚਿੰਗ ਦੁਆਰਾ ਕੀਤੇ ਪਰਫਾਰਮੈਂਸ ਵੇਖਣ ਨਾਲ ਇਹ ਸਕਿੱਲ ਬਾਰੇ ਬਹੁਤ ਕਲੀਅਰ ਪਿਕਚਰ ਪ੍ਰੋਵਾਈਡ ਕਰਦਾ ਹੈ ਅਤੇ ਬੱਚੇ ਵੀ ਉਹ ਪਰਫਾਰਮ ਕਰਦੇ ਹਨ। ਫੋਰਥ ਹੈਗਾ ਜੀ ਇਨਵੋਲਵਮੈਂਟ। ਸਟੂਡੈਂਟ ਇਨਵੋਲਵਡ ਹੋ ਸਕਦੇ ਹਨ ਤਾਂ ਕਿ ਟੀਚਰ ਔਰ ਕੋਚ ਸਟੂਡੈਂਟ ਨੂੰ ਇਨਵੋਲਵਮੈਂਟ ਚੈੱਕ ਕਰਨ ਦੇ ਯੋਗ ਹੋਣ ਅਤੇ ਸਕਿੱਲ ਬਾਰੇ ਉਹਨਾਂ ਦੀ ਅਵੇਅਰਨੈਸ ਨੂੰ ਚੈੱਕ ਕਰਨ। ਚਿਲਡਰਨ ਦੀ ਇੰਟਰਸਟ ਅਤੇ ਉਹਨਾਂ ਦੇ ਪ੍ਰਭਾਵਾਂ ਨੂੰ ਜਾਣਨਾ ਵੀ ਬਹੁਤ ਇੰਪੋਰਟੈਂਟ ਹੈ। ਅੱਗੇ ਆ ਗਿਆ ਜੀ ਟੈਕਨੀਕ ਕਿਸੇ ਵੀ ਸਪੋਰਟਸ ਔਰ ਈਵੈਂਟ ਦੀ ਬੇਸਿਕ ਮੂਵਮੈਂਟ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਟੈਕਨੀਕ ਸਕਿੱਲ ਪਰਫਾਰਮ ਕਰਨ ਦਾ ਵੇ ਹੈ। ਇਹ ਉਹ ਮੈਥਡ ਹੈ ਜੋ ਟੀਚਰ ਔਰ ਕੋਚ ਦੁਆਰਾ ਆਪਣੇ ਸਟੂਡੈਂਟ ਨੂੰ ਟੀਚ ਕਰਦੇ ਹਨ ਤਾਂ ਕਿ ਇਹ ਬੈਸਟ ਰਿਜ਼ਲਟ ਪ੍ਰਾਪਤ ਕਰ ਸਕਣ। ਟੈਕਨੀਕ ਹਮੇਸ਼ਾ ਸਾਇੰਟੀਫਿਕ ਲਾਈਨ 'ਤੇ ਬੇਸਡ ਹੁੰਦੀ ਹੈ, ਸਪੈਸ਼ਲੀ ਫਿਜ਼ੀਕਲ ਐਕਟੀਵਿਟੀ ਔਰ ਗੇਮਸ ਐਂਡ ਸਪੋਰਟਸ ਵਿੱਚ ਡਿਫਾਈਨ ਕਰਦੀ ਹੈ ਇੱਕ ਸਿੰਗਲ ਮੋਟਰ ਦੇ ਰੂਪ ਵਿੱਚ ਮੋਟਰ ਸਕਿੱਲ ਐਂਡ ਐਕਟੀਵਿਟੀ। ਅਕੋਰਡਿੰਗ ਟੂ ਓਜ਼ਨਿਲ ਐਨ ਟੈਕਨੀਕ ਐਕਸਰਸਾਈਜ਼ ਪਰਫਾਰਮ ਕਰਨ ਲਈ ਸਭ ਤੋਂ ਰੈਸ਼ਨਲ ਅਤੇ ਇਫੈਕਟਿਵ ਰੂਪ ਹੈ। ਟੈਕਨੀਕ ਸਪੋਰਟਸ ਦੇ ਵੱਖ-ਵੱਖ ਈਵੈਂਟ ਵਿੱਚ ਵੱਖ-ਵੱਖ ਮੀਨਿੰਗ ਹੁੰਦੇ ਹਨ। ਇੱਕ ਟ੍ਰਿਪਲ ਜੰਪ, ਫਸਟ ਰਨ, ਫਿਰ ਹੋਪ, ਫਿਰ ਸਟੈਪ ਐਂਡ ਲਾਸਟ 'ਤੇ ਜੰਪ ਲਗਾਉਂਦੇ ਹਨ। ਇਸ ਦੇ ਵੇਰੀਅਸ ਫੇਜ਼ ਹਨ। ਇੱਥੇ ਟੈਕਨੀਕ ਵਿੱਚ ਬਹੁਤ ਸਾਰੇ ਸਟੇਜਿਸ ਇਨਵੋਲਵ ਹਨ। ਈਵੈਂਟ ਥਰੋਵਿੰਗ ਵੇਲੇ ਟੈਕਨੀਕ ਨੂੰ ਸਿਰਫ ਇੱਕ ਸਟਰੋਂਗ ਐਂਡ ਕੌਨਸਨਟਰੇਟ ਪ੍ਰਭਾਵ ਪੈਦਾ ਕਰਨ ਦੀ ਕਪੈਸਿਟੀ ਦੀ ਗਰੰਟੀ ਦੇਣੀ ਚਾਹੀਦੀ ਹੈ। ਹਾਲਾਂਕਿ ਐਂਡਿਓਰੈਂਸ ਦੀਆਂ ਈਵੈਂਟਸ ਲਈ ਟੈਕਨੀਕ ਸਕਿੱਲ ਹੈ ਜਾਂ ਇਕਨੋਮਿਕਲੀ ਇੱਕ ਸਕਿੱਲ ਪਰਫਾਰਮ ਕਰਨਾ। ਇਨ ਅਦਰ ਵਰਡਸ ਵਿੱਚ ਟੈਕਨੀਕ ਕਿਸੇ ਵੀ ਸਪੋਰਟਸ ਔਰ ਈਵੈਂਟ ਦੀਆਂ ਮੂਵਮੈਂਟਸ ਹਨ। ਸਪੋਰਟਸ ਵਿੱਚ ਬਹੁਤ ਸਾਰੀਆਂ ਟੈਕਨੀਕਸ ਨੂੰ ਇੱਕ ਪੈਟਰਨ ਮੂਵਮੈਂਟ ਵਿੱਚ ਡਿਵੈਲਪ ਕੀਤਾ ਜਾ ਸਕਦਾ ਹੈ। ਅੱਗੇ ਆ ਗਿਆ ਜੀ ਸਟਾਈਲ। ਹਰ ਵਿਅਕਤੀ ਦੇ ਸਟਾਈਲ ਵਿੱਚ ਥੋੜ੍ਹੀ ਵੇਰੀਏਸ਼ਨ ਹੋ ਸਕਦੀ ਹੈ। ਇਹ ਬਿਲਕੁਲ ਸੇਮ ਪਰਫਾਰਮ ਨਹੀਂ ਕੀਤਾ ਕਰ ਸਕਦੇ। ਇਹ ਇੰਡੀਵਿਜੂਅਲਸ ਮੋਟਰ ਸਕਿੱਲਸ ਔਰ ਐਕਸ਼ਨ ਨੂੰ ਪਰਫਾਰਮ ਕਰਨ ਦੀ ਟੈਕਨੀਕ ਦਾ ਐਕਸਪ੍ਰੈਸ਼ਨ ਹੁੰਦਾ ਹੈ। ਇੱਥੇ ਵੱਖ-ਵੱਖ ਫੈਕਟਰ ਹੁੰਦੇ ਹਨ ਜੋ ਇੱਕ ਐਕਸ਼ਨ ਔਰ ਸਕਿੱਲ ਵਿੱਚ ਡਿਫਰੈਂਸ ਕ੍ਰੀਏਟ ਕਰਦੇ ਹਨ। ਇੰਡੀਵਿਜੂਅਲ ਸਾਈਕਿਕ, ਫਿਜ਼ੀਕਲ ਕਪੈਸਿਟੀ, ਬਾਇਓਲੋਜੀਕਲ ਡਿਫਰੈਂਸਸ, ਸਟਰੈਂਥ ਐਕਸੈਟਰਾ ਵਿੱਚ ਵੱਖ-ਵੱਖ ਹੋ ਸਕਦੇ ਹਨ। ਸਟਾਈਲ ਟੈਕਨੀਕ ਦੇ ਨਾਲ-ਨਾਲ ਟੀਚਿੰਗ ਔਰ ਕੋਚਿੰਗ ਵੀ ਹੋ ਸਕਦੀ ਹੈ। ਕੋਚਿੰਗ ਦਾ ਸਟਾਈਲ ਵੀ ਵੱਖਰਾ-ਵੱਖਰਾ ਹੋ ਸਕਦਾ ਹੈ। ਇਹ ਇੱਕੋ ਜਿਹਾ ਨਹੀਂ ਹੁੰਦੀ।